ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਸੀ, ਸਭ ਸੰਗਤਾਂ ਬਹੁਤ ਪ੍ਰੇਮ ਨਾਲ ਸੇਵਾ ਕਰ ਰਹੀਆਂ ਸਨ। ਉੱਥੇ ਕੁਝ ਮਜ਼ਦੂਰ ਟਾਲ ਮਟੋਲਾ ਕਰਦੇ, ਉਹ ਆਪ ਵੀ ਸੇਵਾ ਨਾ ਕਰਦੇ ਅਤੇ ਸੰਗਤਾਂ ਨੂੰ ਵੀ ਗੱਲਾਂ ਬਾਤਾਂ ਵਿੱਚ ਪਾ ਕੇ ਵਿਹਲਾ ਰੱਖਦੇ। ਕੋਈ ਸਿੱਖਾਂ ਨੇ ਸਤਿਗੁਰਾਂ ਪਾਸ ਉਹਨਾਂ ਦੀ ਸ਼ਿਕਾਇਤ ਕੀਤੀ ਤਾਂ ਸਤਿਗੁਰਾਂ ਨੇ ਉਹਨਾਂ ਨੂੰ ਤਾੜਨਾ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਸੇਵਾ ਕਿਉਂ ਨਹੀਂ ਕਰਦੇ, ਇੱਥੋਂ ਤੁਹਾਨੂੰ ਅੰਨ ਬਸਤਰ ਆਦਿ ਸਾਰਾ ਕੁਝ ਹੀ ਮਿਲਦਾ, ਫਿਰ ਸੇਵਾ ਕਰਨ ਤੋਂ ਟਲਦੇ ਕਿਉਂ ਹੋ। ਸਤਿਗੁਰਾਂ ਦੇ ਸਖਤੀ ਭਰੇ ਬਚਨ ਸੁਣ ਕੇ ਮਜ਼ਦੂਰ ਡਰ ਗਏ। ਉੱਥੇ ਪਾਸ ਹੀ ਇੱਕ ਸੀਤਲ ਦਾਸ ਮਹਾਤਮਾ ਖੜਾ ਸੀ। ਉਸਨੇ ਕਿਹਾ ਕਿ ਮਹਾਰਾਜ, ਤੁਸੀਂ ਤਾਂ ਸ਼ਾਂਤ ਸਰੂਪ ਹੋ, ਫਿਰ ਇਹ ਅੱਗ ਵੀ ਸੇਕ ਲੈਂਦੇ ਹੋ, ਭਾਵ ਗੁੱਸੇ ਵੀ ਹੋ ਜਾਂਦੇ ਹੋ। ਤਦ ਸਤਿਗੁਰਾਂ ਨੇ ਕਿਹਾ ਕਿ ਅਸੀਂ ਕਿਸੇ 'ਤੇ ਕੀ ਗੁੱਸੇ ਹੋਣਾ ਹੈ, ਸਾਡੇ ਹਿਰਦੇ ਵਿੱਚ ਸਭ ਨਾਲ ਪ੍ਰੇਮ ਹੈ। ਅਤੇ ਇਹ ਪਾਵਨ ਸ਼ਬਦ ਉਚਾਰਨ ਕੀਤਾ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਹੇ ਮਹਾਤਮਾ ਜੀ, ਸਾਡਾ ਮਨ ਹਿਰਦਾ ਤਾਂ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਲੱਗਾ ਹੋਇਆ, ਲੋਕਾਂ ਦੇ ਨਾਲ ਤਾਂ ਸਾਡਾ ਠਾਠਾ ਬਾਗਾ ਹੁੰਦਾ, ਬਾਹਰ ਦਾ ਮੇਲ ਜੋਲ ਲੱਲੋ ਪੱਤੋ ਹੈ। ਠਾਡਾ ਬਾਗਾ ਭਾਵ ਬਾਣੀ ਕਰਕੇ, ਬੋਲਚਾਲ ਕੇਵਲ ਰਸਨਾ ਕਰਕੇ ਹੀ ਆ, ਅੰਦਰੋਂ ਤਾਂ ਸਾਡਾ ਕਿਸੇ ਨਾਲ ਕੋਈ ਗੁੱਸਾ ਨਹੀਂ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ ਰਹਾਉ। ਬਾਹਰੋਂ ਤਾਂ ਸਾਰਿਆਂ ਨਾਲ ਮੌਲਾ ਕਹੀਏ ਖੇੜੇ ਵਾਲਾ ਨੇਕ ਵਰਤਾਓ ਹੈ, ਪਰ ਅੰਦਰੋਂ ਇਸ ਪ੍ਰਕਾਰ ਪਦਾਰਥਾਂ ਰੂਪੀ ਪਾਣੀ ਵਿੱਚ ਨਿਰਲੇਪ ਰਹਿੰਦੇ ਹਾਂ। ਜਿਸ ਪ੍ਰਕਾਰ ਪਾਣੀ ਵਿੱਚ ਕੌਲਾ ਕਮਲ ਰਹਿੰਦਾ ਹੈ, ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮੁਖ ਕੀ ਬਾਤ ਸਗਲ ਸਿਓ ਕਰਤਾ, ਜੀ ਅਸੰਗ ਪ੍ਰਭ ਆਪਣਾ ਧਰਤਾ। ਮੂੰਹ ਦੀਆਂ ਗੱਲਾਂ ਬਾਤਾਂ ਸਾਰਿਆਂ ਨਾਲ ਹੀ ਕਰਦੇ ਹਾਂ, ਭਾਵ ਸਭ ਨੂੰ ਕਹਿੰਦੇ ਹਾਂ ਕਿ ਸੇਵਾ ਕਰੋ, ਸਿਮਰਨ ਕਰੋ ਆਦਿ, ਪਰ ਹਿਰਦੇ ਦੇ ਨਾਲ ਸਾਡੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਹੀ ਧਰਤਾ ਕੀਏ ਧਾਰਨ ਕੀਤਾ ਹੈ। ਦੀਸ ਆਵਤ ਹੈ ਬਹੁਤ ਪੀਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਮਜ਼ਦੂਰਾਂ ਨੂੰ ਤਾੜਨ ਕਰਕੇ ਉੱਪਰੋਂ ਸਾਡਾ ਚਿਹਰਾ ਬਹੁਤ ਜ਼ਿਆਦਾ ਭੈਦਾਇਕ ਭਿਆਨਕ ਦਿਸਣ ਵਿੱਚ ਆਉਂਦਾ ਹੈ, ਪਰ ਅੰਦਰੋਂ ਤਾਂ ਸਾਡਾ ਇਹ ਮਨ ਹਿਰਦਾ ਸਾਰਿਆਂ ਦੇ ਚਰਨ ਪੈਰਾਂ ਦੀ ਰਾਲਾ ਧੂੜ ਹੈ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸੇਵਕਾਂ ਨੇ ਪੂਰਨ ਗੁਰੂ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਉਣਾ ਕੀਤਾ ਹੈ, ਜਿਨ੍ਹਾਂ ਨੇ ਸਾਨੂੰ ਸਾਰਿਆਂ ਦੇ ਅੰਦਰ ਹਿਰਦੇ ਵਿੱਚ ਅਤੇ ਬਾਹਰ ਸੰਸਾਰ ਵਿੱਚ ਇੱਕ ਅਦਵੈਤ ਜੋਤੀ ਸਰੂਪ ਪਰਮੇਸ਼ਰ ਪ੍ਰਗਟ ਕਰਕੇ ਵਿਖਾਉਣਾ ਕੀਤਾ ਹੈ। ਸੋ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਗੁਰਸਿੱਖ ਦਾ ਜੀਵਨ ਵੀ ਦਰਸਾਇਆ ਹੈ ਕਿ ਅੰਦਰੋਂ ਤਾਂ ਸਦਾ ਵਾਹਿਗੁਰੂ ਨਾਲ ਲਿਵ ਲਾਈ ਰੱਖਣੀ ਅਤੇ ਬਾਹਰੋਂ ਦੁਨੀਆਦਾਰੀ ਦੇ ਕਾਰ ਵਿਹਾਰ ਵੀ ਕਰਨੇ ਹਨ। ਆਸਾ ਮਹੱਲਾ ਪੰਜਵਾ। ਕੋਈ ਹੰਕਾਰੀ ਰਾਜਾ ਘੋੜੇ 'ਤੇ ਸਵਾਰ ਹੋਇਆ ਆਪਣੀ ਸੈਨਾ ਦੇ ਸਮੇਤ ਆ ਰਿਹਾ ਸੀ। ਸਾਰੇ ਲੋਕ ਉਸ ਨੂੰ ਸਲਾਮਾਂ ਕਰਨ, ਪਰੰਤੂ ਜਿਹੜਾ ਸਲਾਮ ਨਾ ਕਰੇ ਉਸ ਦੇ ਸਿਪਾਹੀ ਉਸ ਨੂੰ ਦੰਡ ਦਿੰਦੇ। ਜਦੋਂ ਸਤਿਗੁਰੂ ਜੀ ਪਾਸ ਆਇਆ ਤਾਂ ਉਸ ਦੇ ਤਾਈਂ ਇਹ ਪਾਵਨ ਉਪਦੇਸ਼ ਦਿੰਦੇ ਹਨ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਹੇ ਭਾਈ, ਜੋ ਤੂੰ ਖੁਸ਼ੀਆਂ ਪਾਉਂਦਾ ਆਉਂਦਾ ਹੈ ਤੇ ਜੋਬਨ ਜਵਾਨੀ ਦਾ ਬਲ ਦਿਖਾਉਂਦਾ ਹੋਇਆ ਲੋਕਾਂ 'ਤੇ ਰੋਹਬ ਝਾੜਦਾ, ਪਾਵ ਤੁਰਲੀਆ ਪੈਰਾਂ ਹੇਠਾਂ ਤੁਰਲੀਆ ਚੰਚਲ ਘੋੜਾ ਹੈ ਤੇ ਜਵਾਨੀ ਦੇ ਬਲ ਦੇ ਸਹਿਤ ਉਹਨਾਂ ਘੋੜਿਆਂ ਦੀ ਸਵਾਰੀ ਕਰਦਾ ਹੈ, ਪਰੰਤੂ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ
ਅੰਤ ਨੂੰ ਮਿੱਟੀ ਦੇ ਨਾਲ ਹੀ ਰਲਣਾ ਪਵੇਗਾ। ਕਾਨ ਕੁੰਡਲੀਆ ਬਸਤਰ ਓਡਲੀਆ, ਸੇਜ ਸੁਖਲੀਆ ਮਨ ਗਰਬਲੀਆ ਰਹਾਉ। ਪਾਤਸ਼ਾਹ ਫਰਮਾਉਂਦੇ ਹਨ ਕਿ ਕਾਨ ਕੰਨਾਂ ਵਿੱਚ ਕੁੰਡਲ ਪਹਿਨੇ ਹੋਏ ਹਨ, ਸਰੀਰ ਉੱਪਰ ਚੰਗੇ ਵਸਤਰ ਕੱਪੜੇ ਓਡਲੀਆ ਪਹਿਨਦਾ ਹੈ, ਸੇਜ ਵੀ ਸੁਖਲੀਆ ਸੁੱਖਾਂ ਵਾਲੀ ਬਣਾ ਲਈ, ਅਤੇ ਮਨ ਵਿੱਚ ਗਰਬਲੀਆ ਹੰਕਾਰ ਧਾਰ ਲੈਣਾ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਤੇਰੇ ਤਲੇ ਹੁੰਦਾ ਥੱਲੇ ਕੁੰਚਰੀਆ ਹਾਥੀ ਹਨ, ਭਾਵ ਹਾਥੀ ਦੀ ਅਸਵਾਰੀ ਕਰਦਾ ਹੈ। ਸੀਸ ਉੱਪਰ ਕਨਕ ਸੋਨੇ ਦੇ ਛਤਰੀਆ ਛਤਰ ਚਲਾਉਂਦਾ ਹੈ, ਪਰੰਤੂ ਹਰੀ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਲੈ ਕਰਕੇ ਧਰਨ ਕਹੀਏ ਧਰਤੀ ਵਿੱਚ ਹੀ ਗਡਲੀਆ ਗੱਡ ਲਿਆ ਜਾਵੇਗਾ, ਭਾਵ ਮਿੱਟੀ ਵਿੱਚ ਮਿਲ ਜਾਵੇਗਾ। ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸੁਆਦ ਫਿਕਰੀਆ। ਸੁੰਦਰੀਆ ਸੋਹਣੇ ਰੂਪ ਸ਼ਕਲਾਂ ਵਾਲੀਆਂ ਅਨੇਕਾਂ ਇਸਤਰੀਆਂ ਔਰਤਾਂ ਵੀ ਤੇਰੇ ਕੋਲ ਹਨ, ਪਰੰਤੂ ਪਰਮੇਸ਼ਰ ਦੇ ਨਾਮ ਰਸ ਸਵਾਦ ਤੋਂ ਬਗੈਰ ਹੋਰ ਸਾਰੇ ਸਵਾਦ ਫਿਕਰੀਆ ਫਿੱਕੇ ਹਨ, ਫਿਕਰੀਆ ਫਿਕਰਾਂ ਵਿੱਚ ਪਾਉਣ ਵਾਲੇ ਹਨ। ਮਾਇਆ ਛਲੀਆ ਬਿਕਾਰ ਬਿਖਲੀਆ, ਸਰਣ ਨਾਨਕ ਪ੍ਰਭ ਪੁਰਖ ਦਇਆਲੀਆ। ਬਿਕਾਰ ਰੂਪੀ ਬਿਖਲੀਆ ਜ਼ਹਿਰ ਵਾਲੀ ਮਾਇਆ ਨੇ ਤੈਨੂੰ ਸਾਰੀ ਸ੍ਰਿਸ਼ਟੀ ਨੂੰ ਛਲੀਆ ਠੱਗਿਆ ਹੋਇਆ। ਛਲ ਰੂਪ ਮਾਇਆ ਦੇ ਛਲੀਆ ਛਲਣ ਕਰਕੇ ਅਤੇ ਬਿਕਾਰ ਮੰਦ ਕਰਮਾਂ ਦੀ ਇੱਛਾ ਕਰਕੇ ਬਿਖਲੀਆ ਵੇਸ਼ਵਾਂ ਦੇ ਨਾਲ ਭੋਗ ਬਿਲਾਸ ਕਰਦਾ ਹੈ। ਵਿਕਾਰਾਂ ਦੀ ਬਿਖ ਲੀਆ, ਬਿਖ ਜ਼ਹਿਰ ਨੇ ਸਾਰੇ ਜੀਵਾਂ ਨੂੰ ਲੀਆ ਲੈ ਲਿਆ, ਭਾਵ ਨਾਸ ਕਰ ਦਿੱਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜੇਕਰ ਪੁਰਖ ਪੂਰਨ ਦਇਆਲੀਆ ਦਇਆ ਦੇ ਘਰ ਪ੍ਰਭੂ ਪਰਮੇਸ਼ਰ ਉਸ ਦੀ ਓਟ ਲਵੇਂ ਤਾਂ ਤੇਰਾ ਪਾਰ ਉਤਾਰਾ ਹੋਵੇਗਾ। ਆਸਾ ਮਹੱਲਾ ਪੰਜਵਾ। ਏਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਤਹਾ ਮਹਿ ਫਲਿਆ। ਹੇ ਭਾਈ, ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਨੇ ਸੰਸਾਰ ਰੂਪੀ ਬਾਗ ਬਣਾ ਕੇ ਉਸ ਵਿੱਚ ਰਾਜਸੀ ਤਾਮਸੀ ਸਾਂਤਕੀ ਸੁਭਾਅ ਵਾਲੇ ਘਨ ਬਹੁਤ ਜੀਵ ਜੰਤ ਰੂਪੀ ਬ੍ਰਿਸ਼ ਪੈਦਾ ਕੀਤੇ ਆ। ਇੱਕ ਸਾਧ ਸੰਗਤ ਰੂਪੀ ਬਗੀਚਾ ਬਣਿਆ ਹੋਇਆ, ਇਸ ਵਿੱਚ ਵਿਵੇਕ ਵਿਰਾਗ ਖਟ ਸੰਪਤੀ ਮੋਖ ਇੱਛਾ ਸ਼ਰਵਨ ਮੰਨਣ ਨਿਧਿਆਸਨ ਰੂਪੀ ਬਹੁਤ ਸਾਰੇ ਰੁੱਖ ਬਣਾਉਣਾ ਕੀਤੇ ਹਨ। ਅੰਤਸ਼ਕਰਨ ਰੂਪੀ ਇੱਕ ਬਗੀਚਾ ਹੈ, ਜਿਸ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਬੇਅੰਤ ਸ਼ੁਭ ਗੁਣਾ ਰੂਪੀ ਪੇੜ ਬ੍ਰਿਸ਼ ਬਣਾਉਣਾ ਕੀਤੇ ਹਨ। ਤੇ ਇਸ ਥਾਂ ਵਿੱਚ ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਫਲਿਆ ਕਹੀਏ ਫਲੀਭੂਤ ਹੋ ਰਿਹਾ। ਐਸਾ ਕਰੋ ਵਿਚਾਰ ਗਿਆਨੀ, ਜਾ ਤੇ ਪਾਈਐ ਪਦ ਨਿਰਬਾਨੀ। ਹੇ ਗਿਆਨੀ ਗਿਆਨਵਾਨੋ, ਐਸਾ ਅਜਿਹਾ ਵਿਚਾਰ ਨਿਰਣਾ ਕਰਨਾ ਕਰੋ ਜਿਸ ਤੋਂ ਨਿਰਬਾਨੀ ਅਚਲ ਅਬਿਨਾਸੀ ਪਦਵੀ ਪ੍ਰਾਪਤ ਕਰੀਦੀ ਹੈ। ਆਸ ਪਾਸ ਬਿਖੁਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਰੇ ਰਹਾਉ। ਹੇ ਭਾਈ ਭਰਾਵੋ, ਸੰਸਾਰ ਰੂਪ ਬਗੀਚੇ ਦੇ ਆਸ ਪਾਸ ਆਲੇ ਦੁਆਲੇ ਵਿਸ਼ਿਆਂ ਦੇ ਕੁੰਟਾ ਕੁੰਡ ਭਾਵ ਕੁਸੰਗੀ ਲੋਕ ਹਨ, ਅਤੇ ਇਸ ਦੇ ਬੀਚ ਵਿੱਚ ਹੀ ਸਤਸੰਗਤ ਰੂਪ ਅੰਮ੍ਰਿਤ ਦਾ ਕੁੰਡ ਵੀ ਹੈ। ਅੰਤਸ਼ਕਰਨ ਦੇ ਆਸੇ ਪਾਸੇ ਕਾਮ ਕ੍ਰੋਧ ਆਦਿ ਵਿਸ਼ਿਆਂ ਜਾਂ ਪੰਜਾਂ ਕੋਸ਼ਾਂ ਰੂਪ ਕੁੰਡ ਹਨ, ਅਤੇ ਇਸ ਦੇ ਵਿੱਚ ਹੀ ਮ੍ਰਿਤੂ ਤੋਂ ਰਹਿਤ ਆਨੰਦ ਸਰੂਪ ਸਾਖੀ ਚੇਤਨ ਹੈ। ਸਤਸੰਗਤ ਦੇ ਇਰਦ ਗਿਰਦ ਖੋਟੇ ਪੁਰਸ਼ ਰੂਪੀ ਵੇਹੋ ਦੇ ਕੁੰਟ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਿੰਚਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਇੱਕੋ ਪਰਮੇਸ਼ਰ ਹੀ ਮਾਲੀ ਬਾਗਬਾਨ ਦੀ ਨਿਆਈ ਸੰਸਾਰ ਰੂਪੀ ਬਗੀਚੇ ਨੂੰ ਨਾਮ ਰੂਪ ਜਲ ਨਾਲ ਸਿੰਚਨ ਹਾਰੇ ਸਿੰਜਣ ਵਾਲਾ ਹੈ, ਜੋ ਪਾਤ ਕੀਏ ਪੱਤਿਆਂ ਪੱਤਿਆਂ ਅਤੇ ਡਾਲੀ ਟਾਹਣੀਆਂ ਟਾਹਣੀਆਂ ਦੀ ਖਬਰਸਾਰ ਕਰਦਾ ਹੈ। ਸਗਲ ਬਨਸਪਤ ਆਣ ਜੜਾਈ, ਸਗਲੀ ਫੂਲੀ ਨੇ ਫਲ ਨ ਕਾਈ। ਸਗਲ ਸਾਰੀ ਜੀਵਾਂ ਰੂਪੀ ਵਨਸਪਤੀ ਦਵੈਤ ਵਿੱਚ ਲਿਆ ਕੇ ਜੜ ਦਿੱਤੀ ਹੈ। ਇਹ ਸਾਰੀ ਜੀਵਾਂ ਰੂਪੀ ਵਨਸਪਤੀ ਫੂਲੀ ਪ੍ਰਫੁੱਲਤ ਹੋ ਰਹੀ, ਨਿਫਲ ਫਲ ਤੋਂ ਹੀਣਾ ਕੋਈ ਵੀ ਨਹੀਂ,
ਅਰਥਾਤ ਜੀਵਾਂ ਰੂਪ ਬਨਸਪਤੀ ਬਿੱਧ ਨਖੇਦ ਰੂਪੀ ਪੱਤਰਿਆਂ ਕਰਕੇ ਪਰ ਫਲੀਭੂਤ ਹੈ ਤੇ ਸਭਨਾਂ ਨੂੰ ਦੁੱਖ ਸੁੱਖ ਰੂਪੀ ਫਲ ਲੱਗੇ ਹੋਏ ਹਨ। ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਿਨ ਮਾਇਆ। ਹੇ ਭਾਈ, ਜਿਨ੍ਹਾਂ ਨੇ ਇਸ ਬਗੀਚੇ ਵਿੱਚੋਂ ਅਮਰ ਕਰਨ ਵਾਲਾ ਨਾਮ ਰੂਪੀ ਫਲ ਸਤਿਗੁਰੂ ਜੀ ਤੋਂ ਪ੍ਰਾਪਤ ਕੀਤਾ ਹੈ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦਾਸ ਸੇਵਕਾਂ ਨੇ ਹੀ ਮਾਇਆ ਰੂਪੀ ਭਿਆਨਕ ਨਦੀ ਤੋਂ ਤਰਨਾ ਕੀਤਾ ਹੈ, ਭਾਵ ਮਾਇਆ ਦੇ ਮੋਹ ਤੋਂ ਮੁਕਤ ਹੋਏ ਹਨ। ਆਸਾ ਮਹੱਲਾ ਪੰਜਵਾ। ਰਾਜ ਲੀਲਾ ਤੇਰਾ ਨਾਮ ਬਨਾਈ। ਹੇ ਮਹਾਰਾਜ, ਜੋ ਰਾਜ ਪਾਤਸ਼ਾਹਾਂ ਦੀ ਲੀਲਾ ਖੇਡ ਹੈ, ਉਹ ਗੁਰਮੁਖ ਜਨਾਂ ਨੇ ਤੁਹਾਡੇ ਨਾਮ ਦੀ ਬਣਾਉਣਾ ਕੀਤੀ ਹੈ। ਭਾਵ ਜਿਵੇਂ ਰਾਜਿਆਂ ਦੇ ਕੋਲ ਵਿਭੂਤੀ ਹੁੰਦੀ ਹੈ, ਸਿੰਘਾਸਣ 'ਤੇ ਬੈਠਦੇ ਹਨ, ਉੱਪਰ ਛਤਰ ਝੂਲਦਾ ਹੈ, ਨੇੜੇ ਵਜ਼ੀਰ ਹੁੰਦੇ ਹਨ, ਚੋਰਾਂ ਆਦਿ ਨੂੰ ਕੈਦ ਕਰਦੇ, ਪਰਜਾ ਨੂੰ ਵਸਾਉਂਦੇ ਹਨ, ਇਸੇ ਪ੍ਰਕਾਰ ਗੁਰਮੁਖ ਜਨਾਂ ਦੇ ਪਾਸ ਪ੍ਰਭੂ ਨਾਮ ਰੂਪੀ ਵਿਭੂਤੀ ਹੈ, ਸੰਤੋਖ ਰੂਪੀ ਸਿੰਘਾਸਣ 'ਤੇ ਬਿਰਾਜਮਾਨ ਹਨ, ਜਸ ਰੂਪੀ ਛਤਰ ਝੁਲਦਾ ਹੈ, ਸਰਵਣ ਮੰਨਣ ਨਿਧਿਆਸਨ ਗਿਆਨ ਤਤ ਤਵੰਗ ਦਾ ਸੰਸ਼ੋਧਨ ਰੂਪੀ ਵਜ਼ੀਰ ਪਾਸ ਹਨ, ਕਾਮ ਕ੍ਰੋਧ ਰੂਪੀ ਚੋਰਾਂ ਨੂੰ ਕੈਦ ਕਰਕੇ ਸਤ ਸੰਤੋਖ ਆਦਿ ਸ਼ੁਭ ਗੁਣਾ ਰੂਪੀ ਪਰਜਾ ਨੂੰ ਵਸਾਉਂਦੇ ਹਨ। ਇਉਂ ਗੁਰਮੁਖ ਜਨਾਂ ਦੀ ਰਾਜਿਆਂ ਵਰਗੀ ਲੀਲਾ ਹੈ। ਜੋਗ ਬਨਿਆ ਤੇਰਾ ਕੀਰਤਨ ਗਾਈ। ਜੋ ਗੁਰਮੁਖ ਜਨ ਤੁਹਾਡਾ ਕੀਰਤਨ ਜਸ ਗਾਉਂਦੇ ਹਨ, ਇਹੋ ਹੀ ਉਹਨਾਂ ਦਾ ਜੋਗ ਬਣਿਆ, ਸੰਜੋਗ ਬਣਿਆ ਹੋਇਆ। ਅਰਥਾਤ ਜਿਵੇਂ ਜੋਗੀ ਆਪਣੇ ਮਨ ਦੀਆਂ ਬਿਰਤੀਆਂ ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ ਦਾ ਨਿਰੋਧ ਕਰਕੇ ਜੋਗ ਦੇ 8 ਕਠਨ ਸਾਧਨਾਂ ਦੁਆਰਾ ਆਪਣੇ ਆਪ ਵਿੱਚ ਚਿੱਤ ਨੂੰ ਇਕਾਗਰ ਕਰਦੇ ਹਨ, ਭਾਵ 10ਵੇਂ ਦੁਆਰ ਵਿੱਚ ਬਿਰਤੀ ਟਿਕਾਉਂਦੇ ਆ। ਪਰੰਤੂ ਗੁਰਮੁਖ ਜਨ ਪਰਮੇਸ਼ਰ ਦਾ ਜਸ ਕਰਕੇ ਉਸ ਦੇ ਸਰੂਪ ਵਿੱਚ ਜੁੜ ਜਾਂਦੇ ਹਨ, ਜਿਸ ਕਰਕੇ ਉਹਨਾਂ ਦੀਆਂ ਸਾਰੀਆਂ ਵਾਸ਼ਨਾਵਾਂ ਆਪੇ ਹੀ ਖੈ ਹੋ ਜਾਂਦੀਆਂ, ਨਾਸ ਹੋ ਜਾਂਦੀਆਂ ਅਤੇ ਮਨ ਦੀ ਬਿਰਤੀ ਵੀ ਇਕਾਗਰ ਹੋ ਜਾਂਦੀ। ਇਹੋ ਹੀ ਗੁਰਸਿੱਖਾਂ ਦਾ ਜੋਗ ਮਾਰਗ ਹੈ। ਸਰਬ ਸੁਖਾ ਬਨੇ ਤੇਰੈ ਓਲੈ, ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਉ। ਹੇ ਮਹਾਰਾਜ, ਤੁਹਾਡੇ ਓਲੈ ਆਸਰੇ ਕਹੀਏ ਕਰਕੇ ਹੀ ਸਾਰੇ ਸੁਖ ਬਣ ਆਏ ਹਨ, ਉਤਪੰਨ ਹੋਏ ਆ। ਸੱਚੇ ਗੁਰੂ ਸਾਹਿਬ ਜੀ ਨੇ ਭੇਦ, ਕਰਤੱਤ ਆਦਿ ਸੰਸਿਆਂ ਦੇ ਪਰਦੇ ਭਾਵ ਖੋਲ੍ਹ ਦਿੱਤੇ ਹਨ। ਰਹਾਉ ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਬਾਣੇ। ਗੁਰਮੁਖ ਜਨ ਆਦੇਸ਼ ਫਰਮਾਨ ਨੂੰ, ਹੁਕਮ ਨੂੰ ਬੁੱਝ ਕੇ ਰਾਜਿਆਂ ਦੀ ਨਿਆਈ ਰੰਗ, ਆਨੰਦ, ਰਸ, ਸੁਆਦਾਂ ਨੂੰ ਮਾਣਦੇ ਹਨ। ਸੱਚੇ ਗੁਰਾਂ ਦੀ ਸੇਵਾ ਟਹਿਲ ਕਰਕੇ ਨਿਰਬਾਣੇ ਅਟਲ ਬੰਧਨਾਂ ਤੋਂ ਰਹਿਤ ਕਰਨ ਵਾਲੀ ਵੱਡੀ ਪਦਵੀ ਪ੍ਰਾਪਤ ਕੀਤੀ ਹੈ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ, ਨਾਮ ਰਤਾ ਸੋਈ ਨਿਰਵਾਣ। ਹੇ ਮਹਾਰਾਜ, ਜਿਸਨੇ ਤੇਰੇ ਸਰੂਪ ਨੂੰ ਜਾਣਿਆ ਹੈ, ਉਹ ਭਾਵੇਂ ਗ੍ਰਸਤ ਟੱਬਰ ਕਬੀਲੇ ਵਾਲਾ ਹੋਵੇ, ਭਾਵੇਂ ਉਦਾਸੀ ਤਿਆਗੀ ਬਰਕਤ ਹੋਵੇ, ਪਰ ਉਹ ਤੇਰੀ ਦਰਗਾਹ ਵਿੱਚ ਪ੍ਰਵਾਨ ਨੇਕ ਹੈ। ਜੋ ਤੇਰੇ ਨਾਮ ਵਿੱਚ ਰੰਗਿਆ ਹੋਇਆ ਹੈ, ਉਹੀ ਨਿਰਵਾਣ ਨੇਚਲ ਪਦਵੀ ਨੂੰ ਪ੍ਰਾਪਤ ਹੋਇਆ, ਨਿਰਵਾਣ ਮੁਕਤ ਹੋਇਆ ਹੈ। ਜਾ ਕੋ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਕਾ ਪੂਰ ਖਜ਼ਾਨਾ। ਹੇ ਭਾਈ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਨਿਧਾਨਾ ਕਹੀਏ ਖਜ਼ਾਨਾ ਗੁਰਾਂ ਪਾਸੋਂ ਪ੍ਰਾਪਤ ਹੋਇਆ, ਸਤਿਗੁਰੂ ਜੀ ਭਨਤ ਹੁੰਦਾ ਉਚਾਰਦੇ ਹਨ, ਉਹਨਾਂ ਦਾ ਹੀ ਹਿਰਦਾ ਰੂਪੀ ਖਜ਼ਾਨਾ ਭੰਡਾਰਾ ਸ਼ੁਭ ਗੁਣਾਂ ਨਾਲ ਪੂਰ ਕਹੀਏ ਪੂਰਨ ਹੈ। ਆਸਾ ਮਹੱਲਾ ਪੰਜਵਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਕੋਈ ਜਿਗਿਆਸੂ ਆਇਆ। ਉਸਨੇ ਆ ਕਰ ਕੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਬਹੁਤ ਤੀਰਥਾਂ ਆਦਿਕ 'ਤੇ ਜਾ ਆਇਆ ਹਾਂ, ਬਹੁਤ ਪੰਡਤਾਂ ਵਿਦਵਾਨਾਂ ਕੋਲੋਂ ਵੀ ਪੁੱਛਿਆ ਅਤੇ ਸ਼ਾਸਤਰਾਂ ਵੇਦਾਂ ਆਦਿ ਨੂੰ ਪੜ੍ਹਿਆ ਹੈ, ਪਰੰਤੂ ਮੈਂ ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਪਾ ਸਕਿਆ। ਆਪ ਜੀ ਹੀ ਕਿਰਪਾ ਕਰਕੇ ਇਸ ਮਾਇਆ ਦੀ ਪਕੜ ਤੋਂ ਬਚਣ ਦਾ ਉਪਦੇਸ਼ ਬਖਸ਼ੋ। ਤਾਂ ਸਤਿਗੁਰੂ ਸਾਹਿਬ ਜੀ ਉਸ ਦੀ ਬੇਨਤੀ ਨੂੰ ਸ਼ਬਦ ਵਿੱਚ ਕਥਨ ਕਰਦੇ ਹੋਏ ਮਾਇਆ ਦੇ ਮੋਹ ਤੋਂ ਬਚਣ ਦਾ ਉਪਦੇਸ਼ ਬਖਸ਼ਦੇ ਹਨ। ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ।
ਜਿਗਿਆਸੂ ਕਹਿੰਦਾ ਹੈ ਕਿ ਮਹਾਰਾਜ, ਜੇ ਮੈਂ ਤੀਰਥਾਂ ਉੱਪਰ ਜਾਂਦਾ ਹਾਂ ਤਦ ਹੀ ਉੱਥੇ ਵਸਣ ਵਾਲੇ ਲੋਕ ਜਾਂ ਰਿਸ਼ੀ ਮੁਨੀ ਆਦਿ, ਕੋਈ ਕਹਿੰਦਾ ਹੈ ਕਿ ਹਉ ਮੈਂ ਵੱਡਾ ਮਹਾਤਮਾ, ਕੋਈ ਕਹਿੰਦਾ ਹਉ ਮੈਂ ਮੁਕਤੀ ਦੇ ਸਕਦਾ, ਇਉਂ ਮੈਂ ਹੀ ਕਰਦੇ ਰਹਿੰਦੇ ਆ। ਜੇਕਰ ਪੰਡਿਤ ਵਿਦਵਾਨਾਂ ਨੂੰ ਮਾਇਆ ਦੇ ਮੋਹ ਤੋਂ ਛੁੱਟਣ ਬਾਰੇ ਪੁੱਛਦਾ ਤਾਂ ਉਹ ਆਪ ਹੀ ਮਾਇਆ ਵਿੱਚ ਰੰਗੇ ਹੋਏ ਆ। ਸੋ ਅਸਥਾਨ ਬਤਾਵੋ ਮੀਤਾ, ਜਾ ਕੈ ਹਰ ਹਰ ਕੀਰਤਨ ਨੀਤਾ ਰਹਾਉ। ਹੇ ਮੇਰੇ ਮੀਤਾ ਮਿੱਤਰ ਸਰੂਪ ਸਤਿਗੁਰੂ ਜੀ, ਮੈਨੂੰ ਉਹ ਅਸਥਾਨ ਜਗ੍ਹਾ ਥਾਂ ਬਤਾਵੋ, ਦੱਸਣਾ ਕਰੋ ਜਿਸ ਥਾਂ ਦੇ ਉੱਪਰ ਨੀਤਾ ਸਦਾ ਹੀ ਨਿਤਾ ਪ੍ਰਤੀ ਹੀ ਹਰੀ ਪਰਮੇਸ਼ਰ ਦਾ ਕੀਰਤਨ ਜਸ ਵਡਿਆਈ ਹੁੰਦਾ ਹੋਵੇ। ਇਸ ਦਾ ਉੱਤਰ ਗੁਰੂ ਜੀ ਸ਼ਬਦ ਦੇ ਅਖੀਰ ਵਿੱਚ ਅੱਗੇ ਦੇਣਗੇ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕ ਸੁਰਗ ਫਿਰ ਅਵਤਾਰ। ਹੇ ਮਹਾਰਾਜ, ਮੈਂ 6 ਸ਼ਾਸਤਰਾਂ ਅਤੇ 4 ਵੇਦਾਂ ਨੂੰ ਵੀ ਪੜ੍ਹ ਕੇ ਵੇਖਿਆ। ਉਹਨਾਂ ਵਿੱਚ ਤਾਂ ਬਹੁਤ ਮੰਦ ਕਰਮਾਂ ਅਤੇ ਚੰਗੇ ਕਰਮਾਂ ਦਾ ਹੀ ਵਿਚਾਰ ਨਿਰਣਾ ਕੀਤਾ ਹੋਇਆ। ਪਾਪਾਂ ਕਰਕੇ ਨਰਕਾਂ ਵਿੱਚ ਅਤੇ ਪੁੰਨਾਂ ਕਰਕੇ ਸਵਰਗ ਵਿੱਚ ਵਾਸਾ ਹੁੰਦਾ। ਇਉਂ ਫਿਰ ਮੁੜ ਕੇ ਸੰਸਾਰ ਵਿੱਚ ਅਵਤਾਰ ਕੇ ਜਨਮ ਲੈਣਾ ਪੈਂਦਾ ਹੈ। ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕਉ ਜੰਜਾਰ। ਜੇਕਰ ਗ੍ਰਸਤ ਟੱਬਰ ਕਬੀਲੇ ਵਿੱਚ ਪੈ ਜਾਵਾਂ ਤਾਂ ਚਿੰਤ ਸੋਚ ਗਮ ਨਹੀਂ ਛੱਡਦੇ। ਜੇਕਰ ਉਦਾਸ ਉਪਰਾਮ ਹੋ ਕੇ ਬੈਠ ਜਾਵਾਂ ਤਾਂ ਅਹੰਕਾਰ ਵੱਧ ਜਾਂਦਾ ਹੈ ਕਿ ਮੈਂ ਘਰ-ਬਾਰ ਛੱਡਿਆ ਹੈ। ਜੇਕਰ ਹੰਗਤਾ ਦੇ ਸਹਿਤ ਕਰਮਾਂ ਨੂੰ ਕਰਦਾ ਹਾਂ ਤਾਂ ਜੀਵ ਨੂੰ ਜੰਜਾਰ ਬੰਧਨ ਹੀ ਪੈਂਦੇ ਹਨ। ਭਾਵ ਜੇਕਰ ਕਰਮਾਂ ਨੂੰ ਕੀਤਾ ਤਾਂ ਫਲ ਵੀ ਭੋਗਣਾ ਪਵੇਗਾ। ਹੁਣ ਅੱਗੇ ਸਤਿਗੁਰੂ ਜੀ ਉੱਤਰ ਦਿੰਦੇ ਹਨ। ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖ ਤਰੀ ਤਿਨ ਮਾਇਆ। ਹੇ ਜਿਗਿਆਸੂ, ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਦਿਆਲਤਾ ਤੋਂ ਹੀ ਮਨ ਵਸ ਵਿੱਚ ਟਿਕਣ ਵਿੱਚ ਆਉਂਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਜਨ ਹਨ ਉਹਨਾਂ ਨੇ ਹੀ ਮਾਇਆ ਰੂਪ ਨਦੀ ਤੈਰਨਾ ਕੀਤੀ ਹੈ। ਸਾਧ ਸੰਗ ਹਰ ਕੀਰਤਨ ਗਾਈਐ, ਇਹੋ ਅਸਥਾਨ ਗੁਰੂ ਤੇ ਪਾਈਐ। ਰਹਾਉ ਦੂਜਾ। ਹੇ ਜਿਗਿਆਸੂ, ਉਹ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਭਾਵ ਸਤ ਸੰਗਤ ਰੂਪੀ ਅਸਥਾਨ ਹੈ ਜਿੱਥੇ ਪਰਮੇਸ਼ਰ ਦਾ ਕੀਰਤਨ ਜਸ ਗਾਈਦਾ ਹੈ। ਪਰੰਤੂ ਇਹ ਸਤ ਸੰਗਤ ਰੂਪੀ ਅਸਥਾਨ ਜਗ੍ਹਾ ਥਾਂ ਗੁਰੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਹੀ ਪਾਈਦਾ ਹੈ। ਰਹਾਉ ਦੂਜਾ ਉਚਾਰਨ ਕਰਕੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਤੇ ਸ਼ਬਦ ਦੀ ਸਮਾਪਤੀ ਕੀਤੀ ਹੈ। ਰਹਾਉ ਦੂਜਾ। ਆਸਾ ਮਹੱਲਾ ਪੰਜਵਾ। ਇਸ ਸ਼ਬਦ ਵਿੱਚ ਸਤਿਗੁਰੂ ਜੀ ਜੀਵਨ ਮੁਕਤੀ ਦਾ ਆਨੰਦ ਦੱਸਦੇ ਹੋਏ ਫਰਮਾਉਂਦੇ ਹਨ। ਘਰ ਮਹਿ ਸੂਖ ਬਾਹਰ ਫੁਨ ਸੂਖਾ, ਹਰ ਸਿਮਰਤ ਸਗਲ ਬਿਨਾਸੇ ਦੁਖਾ। ਹੇ ਗੁਰਸਿੱਖੋ, ਜਦੋਂ ਅਸੀਂ ਘਰ ਭਾਵ ਅੰਮ੍ਰਿਤਸਰ ਵਿੱਚ ਸੀ ਤਦੋਂ ਵੀ ਸੁੱਖ ਦੇ ਸਹਿਤ ਸੀ। ਫੁਨ ਫਿਰ ਜਦੋਂ ਬਾਹਰ ਵਡਾਲੀ ਸਾਹਿਬ ਜਾ ਕੇ ਰਹੇ ਉੱਥੇ ਵੀ ਸੁੱਖ ਦੇ ਸਹਿਤ ਹੀ ਰਹੇ। ਅੰਤਰਮੁਖੀ ਬਿਰਤੀ ਰੂਪੀ ਘਰ ਵਿੱਚ ਵੀ ਸੁੱਖ ਹੈ ਤੇ ਬਾਹਰ ਸੰਸਾਰ ਵਿੱਚ ਵੀ ਸੁੱਖ ਹੀ ਸੁੱਖ ਹੈ। ਪਰਮੇਸ਼ਰ ਨੂੰ ਯਾਦ ਕਰਦਿਆਂ ਸਾਰੇ ਜੰਮਣ ਮਰਨ ਰੂਪੀ ਦੁੱਖ ਨਾਸ ਹੋ ਜਾਂਦੇ ਆ। ਸਗਲ ਸੂਖ ਜਾਂ ਤੂੰ ਚਿੱਤ ਆਵੈ, ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਰਹਾਉ। ਹੇ ਮਹਾਰਾਜ, ਜਦੋਂ ਤੁਸੀਂ ਚੇਤੇ ਆਉਂਦੇ ਹੋ ਤਾਂ ਸਾਰੇ ਸੁੱਖ ਆਨੰਦ ਪ੍ਰਾਪਤ ਹੋ ਜਾਂਦੇ ਆ। ਜਿਹੜਾ ਜਨ ਪੁਰਸ਼ ਤੁਹਾਨੂੰ ਭਾ ਜਾਂਦਾ ਉਹ ਹੀ ਤੁਹਾਡਾ ਨਾਮ ਜਪਦਾ ਹੈ। ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤਨ ਮਨ ਸੀਤਲ ਜਪ ਨਾਮ ਤੇਰਾ, ਹਰ ਹਰ ਜਪਤ ਟਹਿ ਦੁਖ ਡੇਰਾ। ਹੇ ਪਰਮੇਸ਼ਰ, ਤੁਹਾਡਾ ਨਾਮ ਜਪਣ ਕਰਕੇ ਸਰੀਰ ਵਿਸ਼ਿਆਂ ਵੱਲੋਂ ਤੇ ਮਨ ਵਾਸ਼ਨਾ ਵੱਲੋਂ ਹਟ ਕਰਕੇ ਸੀਤਲ ਠੰਡਾ ਹੋ ਜਾਂਦਾ। ਹਰੀ ਪਰਮੇਸ਼ਰ, ਤੇਰਾ ਨਾਮ ਜਪਣ ਕਰਕੇ ਜੰਮਣ ਮਰਨ ਰੂਪੀ ਦੁੱਖ ਕਸ਼ਟ ਡੇਰਾ ਸਥਾਨ ਭਾਵ ਅਗਿਆਨ ਡਿੱਗ ਜਾਂਦਾ, ਨਾਸ ਹੋ ਜਾਂਦਾ ਹੈ। ਹੁਕਮ ਬੂਝੈ ਸੋਈ ਪਰਵਾਨ, ਸਾਚ ਸ਼ਬਦ ਜਾ ਕਾ ਨੀਸਾਨ। ਹੇ ਪਰਮੇਸ਼ਵਰ ਵਾਹਿਗੁਰੂ, ਜੋ ਆਪ ਜੀ ਦੇ ਹੁਕਮ ਫਰਮਾਨ ਨੂੰ ਬੁੱਝਦਾ ਭਾਵ ਜੋ ਤੁਹਾਡਾ ਹੁਕਮ ਹੈ ਕਿ ਕਲਯੁਗ ਵਿੱਚ ਨਾਮ ਜਪਣ ਦੀ ਰੁੱਤ ਆ, ਇਸ ਨੂੰ ਜਿਹੜਾ ਪੁਰਸ਼ ਗੁਰਾਂ ਦੁਆਰਾ ਬੁੱਝ ਲੈਂਦਾ ਸਮਝ ਲੈਂਦਾ
ਉਹੀ ਤੇਰੀ ਦਰਗਾਹ ਵਿੱਚ ਸੱਚਖੰਡ ਵਿੱਚ ਪ੍ਰਵਾਨਿਕ ਹੈ ਅਤੇ ਜਿਨ੍ਹਾਂ ਕੋਲ ਸਤਿਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦਾ ਨਿਸ਼ਾਨ ਚਿੰਨ੍ਹ ਪਰਵਾਨਾ ਹੈ ਉਹ ਵੀ ਸਫਲੇ ਹਨ। ਗੁਰਪੂਰੈ ਹਰ ਨਾਮ ਦਿਰੜਾਇਆ, ਭਨਤ ਨਾਨਕ ਮੇਰੇ ਮਨ ਸੁਖ ਪਾਇਆ। ਹੇ ਭਾਈ, ਜਦੋਂ ਪੂਰਨ ਸਤਿਗੁਰੂ ਗੁਰੂ ਸਾਹਿਬ ਜੀ ਨੇ ਸਾਨੂੰ ਪਰਮੇਸ਼ਰ ਦਾ ਨਾਮ ਦ੍ਰਿੜਾਇਆ, ਦ੍ਰਿੜ ਕਰਾਇਆ, ਪੱਕਾ ਕਰਾ ਦਿੱਤਾ। ਸਤਿਗੁਰੂ ਜੀ ਭਨਤ ਹੁੰਦਾ ਉਚਾਰਦੇ ਹਨ, ਤਦ ਸਾਡੇ ਮਨ ਹਿਰਦੇ ਨੇ ਸੁਖ ਆਨੰਦ ਦੇ ਤਾਈਂ ਪਾਉਣਾ ਕੀਤਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।